ਅੰਕੜਾ ਵਿਗਿਆਨ ਦੇ ਸਾਰੇ ਆਲਮੋਸਟ ਟੌਪਿਕ ਕਵਰ ਕਰ ਲਾਂਗੇ। ਮਤਲਬ ਕੋਈ ਵੀ ਕੁਐਸਚਨ ਇੱਦਾਂ ਦਾ ਨਹੀਂ ਹੋਏਗਾ ਜਿਹੜਾ ਤੁਹਾਨੂੰ ਇਸ ਦੇ ਵਿੱਚੋਂ ਨਾ ਬਣ ਪਾਏ। ਸੋ ਰਾਜੇ ਇਹਦੇ ਵਿੱਚ ਬੇਸਿਕਲੀ ਦੇਖੋ ਪਹਿਲੀ ਗੱਲ ਇੱਥੇ ਕੀਤੀ ਗਈ ਹੈ ਮੈਜਰ ਆਫ ਸੈਂਟਰਲ ਟੈਂਡੈਂਸੀ ਦੀ ਗੱਲ। ਇਹ ਕੁਐਸਚਨ ਬਹੁਤ ਵਾਰ ਆਉਂਦਾ ਹੈ। ਤਾਂ ਦੇਖੋ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਮੈਜਰ ਆਫ ਸੈਂਟਰਲ ਟੈਂਡੈਂਸੀ ਮੀਨ, ਮੀਡੀਅਨ ਤੇ ਮੋਡ, ਇਹ ਤਿੰਨੋਂ ਕੀ ਨੇ, ਮੈਜਰਸ ਆਫ ਸੈਂਟਰਲ ਟੈਂਡੈਂਸੀ ਨੇ। ਅਗਰ ਤੁਹਾਨੂੰ ਯਾਦ ਹੋਏਗਾ ਤੁਹਾਡਾ ਪ੍ਰੀਵੀਅਸ ਈਅਰ ਕੁਐਸਚਨ ਆਇਆ ਸੀਗਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਮੈਜਰ ਆਫ ਸੈਂਟਰਲ ਟੈਂਡੈਂਸੀ ਨਹੀਂ ਹੈ। ਤਿੰਨ ਆਹ ਵਾਲੀਆਂ ਆਪਸ਼ਨਾਂ ਦਿੱਤੀਆਂ ਸੀ ਤੇ ਚੌਥੀ ਆਪਸ਼ਨ ਦਿੱਤੀ ਹੋਈ ਸੀ ਰੇਂਜ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਮੀਨ, ਮੀਡੀਅਨ, ਮੋਡ ਯਾਨੀ ਕਿ ਮੱਧਮਾਨ, ਮੱਧਿਕਾ ਤੇ ਬਹੁਲਕ ਇਹ ਤਿੰਨੋਂ ਦੇ ਤਿੰਨੋਂ ਮੈਜਰਸ ਆਫ ਸੈਂਟਰਲ ਟੈਂਡੈਂਸੀ ਹੁੰਦੇ ਨੇ। ਇਹਨਾਂ ਤਿੰਨਾਂ ਤੋਂ ਇਲਾਵਾ ਅਗਰ ਕੋਈ ਹੋਰ ਆਪਸ਼ਨ ਆਉਂਦੀ ਹੈ ਦੈਟ ਮੀਨਸ ਉਹ ਆਪਸ਼ਨ ਤੁਹਾਡਾ ਰਾਈਟ ਆਨਸਰ ਹੋ ਜਾਏਗੀ, ਕਿਉਂਕਿ ਉਹਨਾਂ ਨੇ ਪੁੱਛਿਆ ਸੀ ਕਿ ਕਿਹੜਾ ਮੈਜਰ ਆਫ ਸੈਂਟਰਲ ਟੈਂਡੈਂਸੀ ਨਹੀਂ ਹੈ, ਯਾਨੀ ਕੇਂਦਰੀ ਪ੍ਰਵਿਰਤੀ ਦੇ ਮਾਪ ਨਹੀਂ ਹਨ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਰਾਜੇ ਪਹਿਲੀ ਚੀਜ਼ ਆਪਾਂ ਡੀਲ ਕਰਦੇ ਹਾਂ ਮੀਨ ਦੇ ਨਾਲ। ਦੇਖੋ ਮੀਨ ਦਾ ਸਿੱਧਾ ਸਿੱਧਾ ਮਤਲਬ ਅਗਰ ਜਿਹੜੇ ਬੱਚੇ ਪੰਜਾਬੀ ਮੀਡੀਅਮ ਵਾਲੇ ਨੇ ਦੇਖੋ ਕੀ ਹੁੰਦਾ, ਪ੍ਰੇਖਣਾਂ ਦੇ ਮੁੱਲ ਦੇ ਜੋੜ ਨੂੰ ਪ੍ਰੇਖਣਾਂ ਦੀ ਕੁੱਲ ਗਿਣਤੀ ਨਾਲ ਭਾਗ ਕਰਕੇ ਸਾਨੂੰ ਕੀ ਮਿਲ ਜਾਂਦਾ ਹੈ, ਮੱਧਮਾਨ ਮਿਲ ਜਾਂਦਾ ਹੈ। ਦੇਖੋ ਹੁਣ ਫਟਾਫਟ ਦੇਖ ਲਓ ਜੀ, ਮੱਧਮਾਨ ਬੇਸਿਕਲੀ ਕੀ ਹੁੰਦਾ ਹੈ, ਤੁਹਾਡੇ ਕੋਲ ਜਿੰਨੀਆਂ ਆਬਜ਼ਰਵੇਸ਼ਨਸ ਦਿੱਤੀਆਂ ਨੇ ਤੁਸੀਂ ਉਹਦਾ ਜੋੜ ਕਰ ਦਿਓ, ਉਹਦੇ ਬਟੇ ਕਿੰਨੀਆਂ ਆਬਜ਼ਰਵੇਸ਼ਨ ਸੀ ਉਹਦੀ ਗਿਣਤੀ ਲਿਖ ਦਿਓ। ਠੀਕ ਹੈ। ਮੰਨ ਲਓ ਤੁਹਾਡੇ ਕੋਲ ਮੈਂ ਲਿਖ ਰਹੀ ਹਾਂ 1, 2 ਐਂਡ 3 ਇਹ ਡਾਟਾ ਲਿਖ ਰਹੀ ਹਾਂ। ਮੈਂ ਤੁਹਾਨੂੰ ਕਿਹਾ ਕਿ ਮੈਨੂੰ ਇਹਦਾ ਮੀਨ ਦੱਸੋ, ਮੱਧਮਾਨ ਦੱਸੋ। ਤਾਂ ਫਾਰਮੂਲਾ ਕੀ ਕਹਿੰਦਾ ਕਿ ਉੱਪਰ ਤਾਂ ਇਹਨਾਂ ਦਾ ਸਮ ਕਰ ਦਿਓ, ਯਾਨੀ ਕਿ ਉੱਪਰ ਕਰ ਦਿਓ 1 + 2 + 3, ਉਹਦੇ ਬਟੇ 'ਚ ਕਰ ਦਿਓ ਕਿੰਨੀਆਂ ਸੰਖਿਆਵਾਂ ਨੇ, 1, 2, 3 ਸੰਖਿਆਵਾਂ ਨੇ, ਬਟੇ ਕਿਹਦੇ ਕਰ ਦਿਓ 3 ਦੇ। ਸੋ ਜਦੋਂ ਤੁਸੀਂ ਇਹਨੂੰ ਜੋੜ ਕਰੋਗੇ 3 ਤੇ 2 5 ਤੇ 1 6, 6/3 ਯਾਨੀ ਕਿ 3 × 3 3 ਦੂਣੀ 6, ਤਾਂ ਤੁਹਾਡਾ 2 ਕੀ ਆਏਗਾ, ਮੀਨ ਆ ਜਾਏਗਾ। ਠੀਕ ਹੈ। ਸੋ ਮਤਲਬ ਉੱਪਰ ਤੱਕ ਕੀ ਕਰ ਦਿਓ ਜੋੜ ਔਰ ਉਹਨੂੰ ਗਿਣਤੀ ਨਾਲ ਡਿਵਾਈਡ ਕਰ ਦਿਓ, ਤੁਹਾਡੇ ਕੋਲ ਮੀਨ ਆ ਜਾਏਗਾ। ਉਸ ਤੋਂ ਬਾਅਦ ਇੱਕ ਵਾਰ ਨਾ ਮੋਟਾ ਮੋਟਾ ਦੇਖ ਲਓ, ਫਿਰ ਮੈਂ ਤੁਹਾਨੂੰ ਸਾਰੇ ਪ੍ਰੀਵੀਅਸ ਈਅਰ ਵੀ ਕਰਾ ਦੂੰਗੀ, ਸਾਰਾ ਕੁਝ ਕਰਵਾ ਦੂੰਗੀ। ਦੇਖੋ ਮੀਡੀਅਨ ਤੇ ਮੋਡ ਇਹ ਦੋਨੋਂ ਨੂੰ ਕੱਢਣ ਦੇ ਲਈ ਤੁਹਾਨੂੰ ਜਿਹੜਾ ਤੁਹਾਡਾ ਡਾਟਾ ਹੈ ਨਾ, ਜਾਂ ਤਾਂ ਤੁਹਾਨੂੰ ਅਸੈਂਡਿੰਗ ਆਰਡਰ 'ਚ ਲਗਾਉਣਾ ਪਏਗਾ ਜਾਂ ਡਿਸੈਂਡਿੰਗ ਆਰਡਰ 'ਚ ਲਗਾਉਣਾ ਪਏਗਾ। ਮੈਂ ਹਮੇਸ਼ਾ ਤੁਹਾਨੂੰ ਅਸੈਂਡਿੰਗ ਆਰਡਰ ਪ੍ਰੈਫਰ ਕਰਦੀ ਹਾਂ, ਕਿਉਂਕਿ ਸਾਡਾ ਬ੍ਰੇਨ ਜ਼ਿਆਦਾ ਕੰਫਰਟੇਬਲ ਹੁੰਦਾ ਅਸੈਂਡਿੰਗ ਆਰਡਰ ਦੇ ਵਿੱਚ। ਯਾਨੀ ਸਭ ਤੋਂ ਪਹਿਲਾਂ ਤੁਸੀਂ ਸਭ ਤੋਂ ਛੋਟਾ ਲਿਖਣਾ, ਫਿਰ ਵੱਡਾ 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 ਲਿਖਦੇ ਜਾਣਾ। ਹੁਣ ਦੇਖੋ ਮੀਡੀਅਨ ਕੀ ਹੁੰਦਾ, ਜਦੋਂ ਤੁਸੀਂ ਕਿਸੇ ਆਪਣੇ ਡਾਟੇ ਨੂੰ ਇੱਕ ਕ੍ਰਮ ਦੇ ਵਿੱਚ ਲਗਾ ਲੈਂਦੇ ਹੋ ਨਾ, ਤਾਂ ਜਿਹੜੀ ਤੁਹਾਡੀ ਮਿਡ ਵੈਲਿਊ ਆਉਂਦੀ ਹੈ ਉਹਨੂੰ ਹੀ ਆਪਾਂ ਮੀਡੀਅਨ ਬੋਲਦੇ ਹਾਂ। ਫੋਰ ਐਗਜ਼ਾਮਪਲ ਹੁਣ ਦੇਖੋ ਇਹਦੇ 'ਚ ਵੀ ਦੋ ਚੀਜ਼ਾਂ ਨੇਗੀਆਂ, ਇੱਕ ਜਦੋਂ ਤੁਹਾਡੇ ਕੋਲ ਟੋਟਲ ਸੰਖਿਆਵਾਂ ਔਡ ਹੋਣ ਤੇ ਜਦੋਂ ਤੁਹਾਡੇ ਕੋਲ ਟੋਟਲ ਸੰਖਿਆਵਾਂ ਕੀ ਹੋਣ, ਈਵਨ ਹੋਣ। ਠੀਕ ਹੈ। ਹੁਣ ਦੇਖੋ ਮੇਰੀ ਗੱਲ ਧਿਆਨ ਨਾਲ ਸਮਝੋ। ਫੋਰ ਐਗਜ਼ਾਮਪਲ ਤੁਹਾਡੇ ਕੋਲ ਡਾਟਾ ਹੈ 2 1 2 1 3, ਫੋਰ ਐਗਜ਼ਾਮਪਲ ਆਹ ਡਾਟਾ ਹੈ। ਠੀਕ ਹੈ। ਤੁਹਾਡੇ ਕੋਲ ਇਹ ਡਾਟਾ ਹੈ 2 1 ਐਂਡ 3। ਤੁਸੀਂ ਇਹਦਾ ਮੀਡੀਅਨ ਪਤਾ ਕਰਨਾ ਹੈ। ਮੀਡੀਅਨ ਕੀ ਹੈ, ਯਾਨੀ ਮਿਡ ਵੈਲਿਊ ਪਤਾ ਕਰਨੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਕਿਹਾ ਕਿ ਤੁਸੀਂ ਆਪਣੇ ਡਾਟੇ ਨੂੰ ਕੀ ਕਰੋ, ਅਸੈਂਡਿੰਗ ਆਰਡਰ 'ਚ ਲਗਾ ਲਓ। ਮਤਲਬ ਸਭ ਤੋਂ ਪਹਿਲਾਂ 1, ਫਿਰ 2 ਆ ਜਾਏਗਾ, ਫਿਰ 3 ਆ ਜਾਏਗਾ। ਹੁਣ ਦੇਖੋ ਇਹ ਕਿੰਨੀਆਂ ਸੰਖਿਆਵਾਂ ਨੇ, 3 ਸੰਖਿਆਵਾਂ ਨੇ, ਔਰ 3 ਕੀ ਹੈ, ਟਾਂਕ ਸੰਖਿਆਵਾਂ ਨੇ। ਜਦੋਂ ਤਾਂ ਸਾਡੇ ਕੋਲ ਟਾਂਕ ਸੰਖਿਆਵਾਂ ਹੁੰਦੀਆਂ ਤਾਂ ਸਾਡੇ ਕੋਲ ਆਟੋਮੈਟਿਕਲੀ ਇੱਕ ਸੰਖਿਆ ਸੈਂਟਰ ਦੇ ਵਿੱਚ ਬਚ ਜਾਂਦੀ ਹੁੰਦੀ ਹੈ, ਦੈਟ ਇਜ਼ 2। ਸੋ ਦੈਟ ਮੀਨਸ 2 ਕੀ ਆ ਗਿਆ, ਹੁਣ 2 ਕੀ ਆ ਗਿਆ, ਸਾਡਾ ਮੀਡੀਅਨ ਆ ਗਿਆ। ਲੇਕਿਨ ਅਗਰ ਬਾਈ ਚਾਂਸ ਇੱਥੇ ਮੈਂ 4 ਵੀ ਐਡ ਕਰ ਲਾਂ, ਤਾਂ ਹੁਣ ਜਦੋਂ ਤੁਸੀਂ ਇਹਨੂੰ ਅਸੈਂਡਿੰਗ ਆਰਡਰ 'ਚ ਲਗਾਓਗੇ ਯਾਨੀ 1 2 3 ਤੇ 4, ਹੁਣ ਤੁਸੀਂ ਇਹਦਾ ਕੀ ਪਤਾ ਕਰਨਾ, ਮੀਡੀਅਨ ਪਤਾ ਕਰਨਾ। ਲੇਕਿਨ ਹੁਣ ਮੀਡੀਅਨ ਦੇ ਵਿੱਚ ਕੀ ਹੈ, ਤੁਸੀਂ ਦੇਖੋਗੇ ਕਿ ਸੈਂਟਰ 'ਚ ਤਾਂ ਕੋਈ ਟਰਮ ਆ ਹੀ ਨਹੀਂ ਰਹੀ। ਸੈਂਟਰ 'ਚ ਕਿੰਨੀਆਂ ਟਰਮਸ ਆ ਰਹੀਆਂ ਨੇ, 2 ਟਰਮਸ ਆ ਰਹੀਆਂ ਨੇ। ਸੈਂਟਰ 'ਚ ਕਿੰਨੀਆਂ ਟਰਮਸ ਆ ਰਹੀਆਂ ਰਾਜੇ, 2 ਟਰਮਸ ਆ ਰਹੀਆਂ। ਤਾਂ ਤੁਸੀਂ ਇਹਨਾਂ ਦੋਨਾਂ ਟਰਮਸ ਦਾ ਮੀਨ ਕੱਢ ਲਓ, ਮਤਲਬ ਇਹਨਾਂ ਦੋਨਾਂ ਟਰਮਸ ਦਾ ਮੱਧਮਾਨ ਕੱਢ ਲਓ, ਜਾਨੀ ਇਹਨਾਂ ਨੂੰ ਜੋੜ ਦਿਓ। 2 + 3 ਕਿੰਨੀਆਂ ਸੰਖਿਆਵਾਂ ਨੇ, 2। ਸੋ 3 ਤੇ 2 5/2। ਇਹ ਜਿਹੜਾ ਇਹਨੂੰ ਪੁਆਇੰਟਾਂ 'ਚ ਕੱਢ ਲਿਓ ਤਾਂ ਇਹ ਤੁਹਾਡਾ ਕੀ ਆ ਜਾਏਗਾ, ਮੀਡੀਅਨ ਆ ਜਾਏਗਾ। ਆਹ ਫਾਰਮੂਲੇ ਦੇ ਨਾਲ ਵੀ ਤੁਸੀਂ ਜਾ ਸਕਦੇ ਹੋ, ਤਾਂ ਵੀ ਸੇਮ ਚੀਜ਼ ਆਏਗੀ। ਦੇਖੋ ਅਗਰ ਤੁਸੀਂ ਇਹ ਫਾਰਮੂਲੇ ਨਾਲ ਜਾਣਾ ਚਾਹੁੰਦੇ ਹੋ, ਦੇਖੋ ਪਹਿਲਾਂ n ਈਵਨ ਸੰਖਿਆਵਾਂ ਨੇ, ਓਬਵੀਅਸਲੀ n ਈਵਨ ਸੰਖਿਆਵਾਂ ਨੇ ਸਾਡੇ ਕੋਲ 1 2 3 4, ਟੋਟਲ 4 ਹੈ। 4 ਕੀ ਹੁੰਦਾ, ਈਵਨ ਸੰਖਿਆਵਾਂ। ਹੁਣ ਤੁਸੀਂ ਮੀਡੀਅਨ ਕਿਵੇਂ ਕੱਢੋਗੇ, n/2th ਟਰਮ ਯਾਨੀ ਕਿ 4 ਯਾਨੀ ਕਿ 4/2th ਟਰਮ ਪਲਸ n/2 + 1 ਯਾਨੀ n ਕਿੰਨਾ 4 + 2 ਯਾਨੀ ਦੇਖੋ n/2 ਕਿੰਨਾ ਆ ਗਿਆ, n ਕੀ ਹੈ 4, 4/2 2 2 + 1 3rd ਟਰਮ। ਸੋ ਜਦੋਂ ਇਹਨੂੰ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਸੇਮ ਆ ਜਾਏਗਾ 2th ਟਰਮ + 3 ਟਰਮ ਡਿਵਾਈਡਡ ਬਾਈ 2। 2th ਟਰਮ ਕਿਹੜੀ ਹੈ, ਸੈਕਿੰਡ। 3th ਟਰਮ ਕਿਹੜੀ ਹੈ, 3, 2 + 3 5/2, ਸੇਮ ਚੀਜ਼ ਆ ਗਈ ਨਾ। ਸੋ ਆਹ ਫਾਰਮੂਲੇ ਵਗੈਰਾ 'ਚ ਨਾ ਪਿਓ, ਸਿੱਧਾ ਤੁਸੀਂ ਦੇਖ ਲਿਓ ਕਿ ਅਗਰ ਤਾਂ ਤੁਹਾਡੇ ਕੋਲ ਔਡ ਹੈ ਤਾਂ ਇੱਕ ਆਟੋਮੈਟਿਕਲੀ ਤੁਹਾਡੇ ਕੋਲ ਸੈਂਟਰ 'ਚ ਆ ਜਾਏਗੀ। ਅਗਰ ਤੁਹਾਡੇ ਕੋਲ ਈਵਨ ਹੈ ਤਾਂ ਜਿਹੜੀਆਂ 2 ਜਣੀਆਂ ਸੈਂਟਰ 'ਚ ਆ ਰਹੀਆਂ ਨੇ ਉਹਨਾਂ ਨੂੰ ਜੋੜ ਕੇ 2 ਨਾਲ ਡਿਵਾਈਡ ਕਰ ਦਿਓ। ਠੀਕ ਹੈ। ਉਹਨਾਂ ਦਾ ਬੇਸਿਕਲੀ ਮੀਨ ਲੈ ਲਓ। ਇੱਕ ਹੁੰਦਾ ਮੋਡ ਦੇ ਵਿੱਚ ਬੇਸਿਕਲੀ ਤੁਹਾਨੂੰ ਮੈਂ ਆਲਰੇਡੀ ਕਿਹਾ ਕਿ ਤੁਸੀਂ ਇਹਨੂੰ ਵੀ ਅਸੈਂਡਿੰਗ ਆਰਡਰ 'ਚ ਡਾਟਾ ਲਗਾਉਣਾ ਹੈ। ਮੋਡ ਦੇ ਵਿੱਚ ਬੇਸਿਕਲੀ ਕੀ ਹੋਏਗਾ, ਜਿਹੜਾ ਨੰਬਰ ਸਭ ਤੋਂ ਜ਼ਿਆਦਾ ਵਾਰ ਆ ਰਿਹਾ ਉਹ ਤੁਹਾਡਾ ਮੋਡ ਹੋ ਜਾਏਗਾ। ਹੁਣ ਦੇਖੋ ਇਹ ਚੀਜ਼ਾਂ ਮੇਨ ਹੁੰਦੀਆਂ ਨੇ।
ठीक है जी। हुण मैं तुहानूं फटाफट क्वेश्चन मैं तुहाडे लई एक प्रिपेयर किया होया कि मान लो क्वेश्चन है, तुहाडा सारा डाटा दिता होया, इहदा तुसीं मीन कढना है, मीडियन कढना है, मोड कढना ते उहदी रेंज कढनी है। ठीक है, हुण मीन दे विच देखो, अगर मैं तुहानूं इत्थे करके दिखाउण दी कोशिश करां तां तुसीं मीन किवें करोगे? मीन दा की फॉर्मूला सी, इधर देख लो साइड ते, मीन दा की फॉर्मूला, उपर सारिਆਂ ਨੂੰ जोड़ दो, बटे च लिख दो टोटल कितनियां संख्यावां ने। सो जानी उपर तां तुसीं की करोगे? उपर तुसीं इन्हां दा जोड़ कर दोगे। 13 मैं इत्थे सिर्फ लिख दिंनी है, 13 + 18 + 13 + 14। ठीक है, ये माड़ा जिहा तुसीं खुद कर लिओ +13 तक। और टोटल कितनियां नंबर ऑफ टर्म्स नेगियां? टोटल नंबर ऑफ टर्म्स कितनियां नेगियां? ये 1 2 3 4 5 6 7 8 9। टोटल टर्म्स कितनियां नेगियां? 9 ने। मैं तुहानूं दस दिंदी, आई थिंक तुहाडा जिहड़ा आंसर है वो 15 आएगा, इफ आई एम नॉट रॉन्ग। एक मिनट रुको, ਜਿਹੜਾ ਤੁਹਾਡਾ ਆਨਸਰ ਹੈ ਉਹ 15 ਆ ਜਾਏਗਾ। ਠੀਕ ਹੈ, ਤੁਹਾਡਾ ਜਿਹੜਾ ਆਨਸਰ ਹੈ ਉਹ ਇਹਦਾ 15 ਆ ਜਾਏਗਾ। ਮੈਂ ਤੁਹਾਨੂੰ ਆਨਸਰ ਦੱਸ ਦਿੰਦੀ ਹਾਂ, ਇਹਦਾ ਆਨਸਰ ਜਿਹੜਾ ਹੈਗਾ 15 ਆ ਜਾਏਗਾ। ਤੁਸੀਂ ਕੱਢ ਕੇ ਦੇਖ ਲਿਓ ਇੱਕ ਵਾਰੀ, ਹੈ ਨਾ, ਨਹੀਂ ਵੀਡੀਓ ਫਿਰ ਜ਼ਿਆਦਾ ਲੈਂਥੀ ਹੋ ਜੂਗੀ। ਦੂਸਰੇ ਨੰਬਰ 'ਤੇ ਤੁਸੀਂ ਕੀ ਪਤਾ ਕਰਨਾ? ਮੀਡੀਅਨ ਪਤਾ ਕਰਨਾ। ਹੁਣ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਕਿ ਪਹਿਲਾਂ ਤੁਸੀਂ ਇਹਨਾਂ ਨੂੰ ਅਸੈਂਡਿੰਗ ਆਰਡਰ 'ਚ ਲਗਾਉਣਾ। ਹੁਣ ਆ ਜਾਓ, ਮੈਂ ਤੁਹਾਨੂੰ ਇੱਕ ਵਾਰ ਅਸੈਂਡਿੰਗ ਆਰਡਰ 'ਚ ਆਰਾਮ ਨਾਲ, ਚਲੋ ਵੀਡੀਓ ਲੰਬੀ ਹੁੰਦੀ ਹੋ ਜਾਣ ਦਿਓ। ਹੁਣ ਮੈਂ ਤੁਹਾਨੂੰ ਮੀਡੀਅਨ ਅਸੈਂਡਿੰਗ ਆਰਡਰ 'ਚ ਲਗਾ ਕੇ ਦਿਖਾਉਣੀ ਆ। ਸਭ ਤੋਂ ਛੋਟੀ ਦੇਖੋ ਕਿਹੜੀ ਹੈ? ਸਭ ਤੋਂ ਛੋਟਾ ਤੁਹਾਨੂੰ 13 ਦਿਖ ਰਿਹਾ। 13 ਕਿੰਨੀ ਵਾਰੀ ਆ ਰਿਹਾ? 1 2 3 4। ਸੋ ਤੁਸੀਂ ਪਹਿਲਾਂ ਇੱਥੇ ਲਿਖ ਲਓ 13 13 13 ਐਂਡ 13 यानी 13। उस तो बाद 14 देखो, 14 दो बारी 14 आ रहे हैं। ठीक है, 15 हैगा नहीं। 16 कितनी बारी आ रहा? एक बारी आ रहे हैं। 17 हैगा नहीं। 18 एक बारी आ रहे हैं। 19 भी नहीं है, 20 भी नहीं है, 21 है। ਹੁਣ ਦੇਖੋ ਇਹ ਟੋਟਲ ਕਿੰਨੀਆਂ ਸੀਗੀਆਂ? 9 ਸੀਗੀਆਂ। ਹੁਣ ਇੱਕ ਵਾਰ ਦੇਖ ਲਓ ਵੀ ਆਹ 9 ਹੈਗੀਆਂ ਨੇ ਕਿ ਨਹੀਂ ਹੈਗੀਆਂ। 1 2 3 4 5 6 7 8 9, ਬਿਲਕੁਲ 9 ਨਹੀਂ। ਹੁਣ ਦੇਖੋ 9 ਕੀ ਹੁੰਦਾ? 9 ਕੀ ਹੁੰਦਾ ਮੈਨੂੰ ਦੱਸੋ ਫਟਾਫਟ। 9 ਇੱਕ ਔਡ ਵੈਲਿਊ ਹੈ। ਅਗਰ ਔਡ ਹੈ ਦੈਟ ਮੀਨਸ ਇੱਕ ਵੈਲਿਊ ਸੈਂਟਰ 'ਚ ਆ ਰਹੀ ਹੋਏਗੀ। ਦੇਖੋ 1 2 3 4 ਇੱਧਰ ਕੱਢ ਦਿਓ ਸਾਈਡ 'ਤੇ, 1 2 3 4 ਇੱਧਰ ਕੱਢ ਦਿਓ ਸਾਈਡ 'ਤੇ, ਸੈਂਟਰ 'ਚ ਕੌਣ ਰਹਿ ਗਿਆ? 14। ਸੋ ਦੈਟ ਮੀਨਸ ਤੁਹਾਡਾ ਜਿਹੜਾ ਮੀਡੀਅਨ ਹੈ ਉਹ ਕੀ ਆ ਜਾਏਗਾ? 14 ਆ ਜਾਏਗਾ। ਥਰਡ ਨੰਬਰ ਕੀ ਹੋ ਗਿਆ? ਮੋਡ। ਮੋਡ ਕਿਹੜੀ ਵੈਲਿਊ ਹੁੰਦੀ ਹੈ? ਜਿਹੜੀ ਸਭ ਤੋਂ ਜ਼ਿਆਦਾ ਵਾਰ ਆ ਰਹੀ ਹੁੰਦੀ ਹੈ। ਜਦੋਂ ਤੁਸੀਂ ਦੇਖੋਗੇ ਤਾਂ 13 ਸਭ ਤੋਂ ਜ਼ਿਆਦਾ ਵਾਰੀ ਆ ਰਿਹਾ ਨਾ। ਦੇਖੋ 14 ਦੋ ਵਾਰੀ ਆ ਰਹੇ ਆ ਤਾਂ ਇੱਕ ਵਾਰੀ ਆ ਰਹੇ ਨੇ, ਲੇਕਿਨ ਜਿਹੜਾ 13 ਹੈ ਉਹ 4 ਵਾਰੀ ਆ ਰਿਹਾ, ਸਭ ਤੋਂ ਜ਼ਿਆਦਾ ਵਾਰ। ਠੀਕ ਹੈ ਜੀ, ਤਾਂ ਸਾਡਾ ਜਿਹੜਾ ਸਭ ਤੋਂ ਜ਼ਿਆਦਾ ਵਾਰ ਕੌਣ ਆ ਰਿਹਾ? 13 ਆ ਰਿਹਾ। ਤਾਂ ਜਿਹੜਾ ਸਾਡਾ 13 ਕੀ ਹੋ ਜਾਏਗਾ? ਉਹ ਸਾਡਾ ਮੋਡ ਹੋ ਜਾਏਗਾ। 13 ਕੀ ਹੋ ਜਾਏਗਾ? ਮੋਡ ਹੋ ਜਾਏਗਾ। ਕਲੀਅਰ ਹੈ? ਹੁਣ ਇੱਕ ਰੇਂਜ ਦੇਖ ਲਓ। ਰੇਂਜ ਦਾ ਜਿਹੜਾ ਰੇਂਜ ਕੀ ਹੁੰਦੀ ਹੈ? ਸਭ ਤੋਂ ਹਾਈਐਸਟ ਟਰਮ ਮਾਈਨਸ ਲੋਐਸਟ ਟਰਮ। ਸਭ ਤੋਂ ਹਾਈਐਸਟ ਟਰਮ ਕੌਣ ਹੈ? 21 ਮਾਈਨਸ ਸਭ ਤੋਂ ਲੋਐਸਟ ਟਰਮ ਕੌਣ ਹੈ? 13। ਜਦੋਂ ਤੁਸੀਂ 21 ਚੋਂ 13 ਮਾਈਨਸ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਏਗਾ 8। ਤਾਂ 8 ਤੁਹਾਡੀ ਕੀ ਆ ਗਈ? ਰੇਂਜ। ਸੋ ਮੀਨ ਕੀ ਸੀਗਾ? ਸਾਰਿਆਂ ਨੂੰ ਜੋੜ ਕੇ ਡਿਵਾਈਡ ਕਰ ਦਿਓ ਜਿੰਨੀਆਂ ਸੰਖਿਆਵਾਂ ਨੇ, ਤੁਹਾਡਾ ਆਨਸਰ ਆ ਜਾਏਗਾ। ਮੀਡੀਅਨ ਕੀ ਸੀਗਾ? ਮੀਡੀਅਨ ਦੇ ਵਿੱਚ ਵੈਰੀ ਸਿੰਪਲ ਸੀਗਾ, ਤੁਸੀਂ ਪਹਿਲਾਂ ਉਹਨੂੰ ਅਸੈਂਡਿੰਗ ਆਰਡਰ 'ਚ ਲਗਾ ਦਿਓ ਔਰ ਉਦੋਂ ਬਾਅਦ ਦੇਖ ਲਓ ਵੀ ਸੈਂਟਰ 'ਚ ਕਿਹੜੀ ਟਰਮ ਆ ਰਹੀ ਹੈ। ਜੇ ਤਾਂ ਇੱਕ ਟਰਮ ਆ ਰਹੀ ਹੈ ਤਾਂ ਤੁਹਾਡਾ ਉਹੀ ਆਨਸਰ ਆ ਜਾਏਗਾ। ਜੇ ਸੈਂਟਰ 'ਚ ਬਾਈ ਚਾਂਸ ਦੋ ਟਰਮਸ ਆ ਰਹੀਆਂ ਤਾਂ ਇਹਨਾਂ ਨੂੰ ਜੋੜ ਕੇ 2 ਨਾਲ ਡਿਵਾਈਡ ਕਰ ਦਿਓ। ਮੋਡ ਕੀ ਸੀ? ਜਿਹੜੀ ਸਭ ਤੋਂ ਵੈਲਿਊ ਜਿਹੜੀ ਸਭ ਤੋਂ ਜ਼ਿਆਦਾ ਵਾਰ ਆ ਰਹੀ ਹੈ। ਰੇਂਜ ਕੀ ਹੈ? ਹਾਈਐਸਟ ਮਾਈਨਸ ਲੋਐਸਟ ਕੱਢ ਕੇ ਤੁਹਾਡੀ ਰੇਂਜ ਆ ਜਾਏਗੀ। ਇਹ ਬਹੁਤ ਹੀ ਇੰਪੋਰਟੈਂਟ ਨੇ। ਠੀਕ ਹੈ, ਆ ਤੁਹਾਡੇ ਲਈ ਪ੍ਰੀਵੀਅਸ ਈਅਰ ਕੁਐਸਚਨ ਨੇ ਸਾਰੇ, PYQ ਪ੍ਰੀਵੀਅਸ ਈਅਰ ਕੁਐਸਚਨ। ਆ ਮੀਨ ਤੁਸੀਂ ਕੱਢੋਗੇ, ਇਹਨਾਂ ਦਾ ਜੋੜ ਕਰਕੇ ਇਹਦੇ ਬਟੇ ਕੁੱਲ ਕਿੰਨੀਆਂ ਸੰਖਿਆਵਾਂ ਨੇ? 1 2 3 4 5 ਸੰਖਿਆਵਾਂ ਨੇ। ਠੀਕ ਹੈ, ਆ ਕੁਐਸਚਨ ਆ ਗਿਆ, ਇਹਦਾ ਆਨਸਰ ਕੀ ਆਉਣਾ? ਰੇਂਜ ਆਉਣਾ। ਠੀਕ ਹੈ, ਮੈਂ ਤੁਹਾਨੂੰ ਸਟਾਰਟਿੰਗ 'ਚ ਕਰਵਾਤਾ ਸੀ। ਹੁਣ ਆ ਤੁਸੀਂ ਮੀਡੀਅਨ ਵੀ ਖੁਦ ਕੱਢ ਲਓਗੇ। ਠੀਕ ਹੈ, ਮੀਡੀਅਨ ਖੁਦ ਕੱਢ ਲਿਓ। ਇਹਨੂੰ ਪਹਿਲਾਂ ਅਸੈਂਡਿੰਗ ਆਰਡਰ 'ਚ ਲਿਖ ਲਿਓ। ਉਸ ਤੋਂ ਬਾਅਦ ਉਹਦੀ ਜਿਹੜੀ ਬਿਲਕੁਲ ਵਿਚਕਾਰ ਵਾਲੀ ਟਰਮ ਹੋਏਗੀ ਉਹ ਤੁਹਾਡਾ ਮੀਡੀਅਨ ਆ ਜਾਏਗੀ। ਜਿਵੇਂ 1 2 3 4 5 6 7 8 9 10। ਹੁਣ ਇੱਕ ਗੱਲ ਦੇਖ ਲਓ, ਇਹ 10 ਟਰਮਸ ਨੇਗੀਆਂ ਤਾਂ ਤੁਹਾਡੇ ਸੈਂਟਰ 'ਚ ਤੁਹਾਨੂੰ 2 ਟਰਮਸ ਮਿਲਣਗੀਆਂ। ਉਹ 2 ਟਰਮਸ ਨੂੰ ਜੋੜ ਕੇ ਡਿਵਾਈਡ ਬਾਈ 2 ਕਰ ਦੋਗੇ ਤਾਂ ਤੁਹਾਡੇ ਕੋਲ ਮੀਡੀਅਨ ਆ ਜਾਏਗਾ। ਠੀਕ ਹੈ, ਮੈਨੂੰ ਦੱਸ ਦਿਓ ਅਗਰ ਨਾ ਹੋਇਆ, ਵੈਸੇ ਤਾਂ ਬਹੁਤ ਆਸਾਨ ਹੈ, ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਹੁਣ ਆਹ ਵਾਲੀ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ। ਇਹਦੇ ਲਈ ਨਾ ਇੱਕ ਫਾਰਮੂਲਾ ਹੈ। ਵੈਸੇ ਤਾਂ ਤੁਹਾਨੂੰ ਅਗਰ ਆਹ ਸਾਰੇ ਫਾਰਮੂਲਾਸ ਹੋ ਸਕੇ ਤਾਂ ਯਾਦ ਕਰ ਲਿਓ, ਲੇਕਿਨ ਜਿਹੜੀ ਤੁਹਾਡੀ ਬੁੱਕ ਹੈ ਨਾ, ਮੈਂ ਤੁਹਾਨੂੰ ਦੱਸਾਂ ਪੇਜ ਨੰਬਰ 314। ਆ ਦੇਖੋ, ਜਿਹੜੀ ਤੁਹਾਡੀ ਬੁੱਕ ਹੈ ਨਾ, ਤੁਹਾਡੀ ਬੁੱਕ ਦੇ ਵਿੱਚ ਸਾਫ਼-ਸਾਫ਼ ਇੱਕ ਫਾਰਮੂਲਾ ਲਿਖਿਆ ਹੋਇਆ ਹੈ, 3 ਮੱਧਿਕਾ ਬਰਾਬਰ 2 ਬਹੁਲਕ ਪਲੱਸ 2 ਮੱਧਮਾਨ। ਇਹ ਵਾਲਾ ਫਾਰਮੂਲਾ ਤੁਸੀਂ ਹਮੇਸ਼ਾ ਯਾਦ ਰੱਖਣਾ। ਠੀਕ ਹੈ, ਇਹ ਵਾਲਾ ਰਜੇ ਜਿਹੜਾ ਫਾਰਮੂਲਾ ਹੈ ਉਹ ਤੁਸੀਂ ਹਮੇਸ਼ਾ ਕੀ ਰੱਖਣਾ ਹੈ? ਯਾਦ ਰੱਖਣਾ। ਠੀਕ ਹੈ, ਦੇਖੋ ਚਾਹੇ ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਲਓ, ਚਾਹੇ ਉਸ ਤਰੀਕੇ ਨਾਲ ਯਾਦ ਰੱਖ ਲਓ, ਸੇਮ ਫਾਰਮੂਲਾ ਹੈ, ਬਸ ਥੋੜ੍ਹੀਆਂ ਟਰਮਸ ਉਸ ਤਰੀਕੇ ਨਾਲ ਲਿਖੀਆਂ ਹੋਈਆਂ ਨੇਗੀਆਂ। ਠੀਕ ਹੈ ਜੀ, ਸੋ ਦੇਖੋ ਹੁਣ ਤੁਹਾਨੂੰ ਉਸ ਫਾਰਮੂਲੇ 'ਚ ਦਿੱਤਾ ਹੋਇਆ ਮੀਨ। ਤੁਹਾਡੇ ਕੋਲ ਮੀਨ ਦੀ ਵੈਲਿਊ ਪਤਾ ਹੈ, ਤੁਹਾਨੂੰ ਮੋਡ ਦੀ ਵੈਲਿਊ ਪਤਾ ਹੈ। ਠੀਕ ਹੈ, ਤੁਸੀਂ ਕੀ ਪਤਾ ਕਰਨਾ? ਮੀਡੀਅਨ ਪਤਾ ਕਰਨਾ। ਹੁਣ ਇਹ ਵਾਲੀਆਂ ਵੈਲਿਊਜ਼ ਫਾਰਮੂਲੇ 'ਚ ਪੁੱਟ ਕਰ ਦਿਓ। ਦੇਖੋ ਹੁਣ ਆਹ ਵਾਲੇ ਫਾਰਮੂਲੇ 'ਚ ਮੈਂ ਵੈਲਿਊਜ਼ ਪੁੱਟ ਕਰਨ ਜਾ ਰਹੀ ਹਾਂ। ਤੁਹਾਡਾ ਫਾਰਮੂਲਾ ਕੀ ਹੈ? 2 ਟਾਈਮਸ ਮੀਨ ਪਲੱਸ ਮੋਡ ਇਜ਼ ਇਕੁਅਲਸ ਟੂ 3 ਟਾਈਮਸ ਮੀਡੀਅਨ। ठीक है जी, ਹੁਣ देखो 2 टाइम्स मीन की वैल्यू कितनी है? 24 प्लस मोड की वैल्यू कितनी है? 12 इज इक्वल्स टू 3 टाइम्स मीडियन। मीडियन कौन है जिहदी वैल्यू मैं पता करनी है। ਹੁਣ देखो
ਇਹਨੂੰ ਜਦੋਂ ਮਲਟੀਪਲਾਈ ਕਰੋਗੇ 4 दूनी 8 2 दूनी 4 48 48 ਤੇ 12 ਨੂੰ ਜੋੜੋਗੇ 8 9 10 1 ਹਾਸਲ 4 5 ਤੇ 1 6 60 ਹੁਣ ਆ 3 ਇੱਧਰ ਗੁਣਾ ਹੋ ਰਿਹਾ, ਇੱਧਰ ਆ ਕੇ ਕੀ ਹੋ ਜਾਊਗਾ ਡਿਵਾਈਡ ਹੋ ਜਾਊਗਾ। ਸੋ ਇਜ਼ ਇਕੁਅਲਸ ਟੂ ਮੀਡੀਅਨ। ਹੁਣ ਇਹਨੂੰ ਡਿਵਾਈਡ ਕਰ ਦੋਗੇ 3 एकम 3 3 दूनी 6। ਸੋ 20 ਕੀ ਹੋ ਜਾਏਗਾ ਤੁਹਾਡਾ ਆਂਸਰ ਆ ਜਾਏਗਾ। 20 ਕੀ ਹੋ ਜਾਏਗਾ ਆਂਸਰ। ਆ ਫਾਰਮੂਲਾ ਯਾਦ ਰੱਖਿਓ 2 टाइम्स मीन प्लस मोड इज इक्वल्स टू 3 टाइम्स मीडियन। क्लियर है जी, वेरी गुड, ठीक है। सो एक बार ज़रूर देख लियो। अगर थोड़ा आई नो मैं फास्ट करवाया, लेकिन अगर किसी को समझ ना लग गया दैन लेट मी नो इन द कमेंट सेक्शन, मैं दोबारा एक्सप्लेन कर दूँगी। ओके, थैंक यू सो मच।